ਸਵਾਗਤ ਜ਼ਿੰਦਗੀ ਗਾਓ ਬੱਚਿਓ, ਸਵਾਗਤ ਜ਼ਿੰਦਗੀ ਗਾਓ। ਹੱਸੋ ਤੇ ਮੁਸਕਰਾਓ ਬੱਚਿਓ, ਹੱਸੋ ਤੇ ਮੁਸਕਰਾਓ। ਸਵਾਗਤ ਜ਼ਿੰਦਗੀ ਗਾਓ ਬੱਚਿਓ, ਸਵਾਗਤ ਜ਼ਿੰਦਗੀ ਗਾਓ। ਹੱਸੋ ਤੇ ਮੁਸਕਰਾਓ ਬੱਚਿਓ, ਹੱਸੋ ਤੇ ਮੁਸਕਰਾਓ। ਜ਼ਿੰਦਗੀ ਹੈ ਤਾਣਾ ਬਾਣਾ, ਇਹਨੂੰ ਵੀ ਸੁਲਝਾਓ ਬੱਚਿਓ, ਇਹਨੂੰ ਵੀ ਸੁਲਝਾਓ। ਜ਼ਿੰਦਗੀ ਹੈ ਤਾਣਾ ਬਾਣਾ, ਇਹਨੂੰ ਵੀ ਸੁਲਝਾਓ ਬੱਚਿਓ, ਇਹਨੂੰ ਵੀ ਸੁਲਝਾਓ। ਖੂਬ ਮਿਹਨਤਾਂ ਕਰਦੇ ਕਰਦੇ ਮੰਜ਼ਿਲਾਂ ਤੇ ਪੁੱਜ ਜਾਓ ਬੱਚਿਓ, ਮੰਜ਼ਿਲਾਂ ਤੇ ਪੁੱਜ ਜਾਓ। ਖੂਬ ਮਿਹਨਤਾਂ ਕਰਦੇ ਕਰਦੇ ਮੰਜ਼ਿਲਾਂ ਤੇ ਪੁੱਜ ਜਾਓ ਬੱਚਿਓ, ਮੰਜ਼ਿਲਾਂ ਤੇ ਪੁੱਜ ਜਾਓ। ਹੌਲੀ ਹੌਲੀ ਸਿੱਖਦੇ ਸਿੱਖਦੇ ਅੱਗੇ ਵੱਧਦੇ ਜਾਓ ਬੱਚਿਓ, ਅੱਗੇ ਵੱਧਦੇ ਜਾਓ। ਹੌਲੀ ਹੌਲੀ ਸਿੱਖਦੇ ਸਿੱਖਦੇ ਅੱਗੇ ਵੱਧਦੇ ਜਾਓ ਬੱਚਿਓ, ਅੱਗੇ ਵੱਧਦੇ ਜਾਓ। ਜੀਵਨ ਹੈ ਅਨਮੋਲ ਖਜ਼ਾਨਾ, ਸੂਝਵਾਨ ਬਣ ਜਾਓ ਬੱਚਿਓ, ਸੂਝਵਾਨ ਬਣ ਜਾਓ। ਜੀਵਨ ਹੈ ਅਨਮੋਲ ਖਜ਼ਾਨਾ, ਸੂਝਵਾਨ ਬਣ ਜਾਓ ਬੱਚਿਓ, ਸੂਝਵਾਨ ਬਣ ਜਾਓ। ਮਿਠਾਸ ਤੇ ਹਲੀਮੀ ਭਰ ਕੇ ਕਿਰਦਾਰ ਉੱਚਾ ਬਣਾਓ ਬੱਚਿਓ, ਕਿਰਦਾਰ ਉੱਚਾ ਬਣਾਓ। ਮਿਠਾਸ ਤੇ ਹਲੀਮੀ ਭਰ ਕੇ ਕਿਰਦਾਰ ਉੱਚਾ ਬਣਾਓ ਬੱਚਿਓ, ਕਿਰਦਾਰ ਉੱਚਾ ਬਣਾਓ। ਤਰਕ ਤੇ ਖਰੀ ਉਤਰੇ ਜਿਹੜੀ ਨਿਆਰੀ ਸੋਚ ਅਪਣਾਓ ਬੱਚਿਓ, ਨਿਆਰੀ ਸੋਚ ਅਪਣਾਓ। ਨੈਤਿਕਤਾ ਦਾ ਪੱਲਾ ਫੜ ਕੇ ਮਨਮੋਹਿਤ ਬਣ ਜਾਓ ਬੱਚਿਓ, ਮਨਮੋਹਿਤ ਬਣ ਜਾਓ। ਹੁਨਰ ਸਿੱਖੋ ਜਿਉਣ ਦੇ, ਗਿਆਨ ਦੇ ਦੀਪ ਜਲਾਓ ਬੱਚਿਓ, ਗਿਆਨ ਦੇ ਦੀਪ ਜਲਾਓ। ਗਿਆਨ ਦੇ ਦੀਪ ਜਲਾਓ ਬੱਚਿਓ, ਗਿਆਨ ਦੇ ਦੀਪ ਜਲਾਓ। ਜ਼ਿੰਦਗੀ 'ਚ ਇਮਤਿਹਾਨ ਬਥੇਰੇ, ਕਦੇ ਵੀ ਨਾ ਘਬਰਾਓ ਬੱਚਿਓ, ਕਦੇ ਵੀ ਨਾ ਘਬਰਾਓ। ਜ਼ਿੰਦਗੀ 'ਚ ਇਮਤਿਹਾਨ ਬਥੇਰੇ, ਕਦੇ ਵੀ ਨਾ ਘਬਰਾਓ ਬੱਚਿਓ, ਕਦੇ ਵੀ ਨਾ ਘਬਰਾਓ। ਕਰਨ ਰੋਜ਼ ਹੀ ਮਿਲਦੀ ਨਵੀਂ ਚੁਣੌਤੀ, ਖਿੜੇ ਮੱਥੇ ਅਪਣਾਓ ਬੱਚਿਓ, ਖਿੜੇ ਮੱਥੇ ਅਪਣਾਓ। ਵੈਲਕਮ ਲਾਈਫ, ਸਵਾਗਤ ਜ਼ਿੰਦਗੀ। ਪਿਆਰੇ ਵਿਦਿਆਰਥੀਓ, ਸਾਡਾ ਅੱਜ ਦਾ ਵਿਸ਼ਾ ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਅੱਜ ਅਸੀਂ ਗੱਲ ਕਰਨੀ ਹੈ ਆਪਣੀਆਂ ਭਾਵਨਾਵਾਂ ਬਾਰੇ, ਆਪਣੀਆਂ ਫੀਲਿੰਗਸ ਬਾਰੇ, ਆਪਣੇ ਜਜ਼ਬਾਤਾਂ ਬਾਰੇ, ਆਪਣੇ ਇਮੋਸ਼ਨਸ ਦੇ ਬਾਰੇ ਵਿੱਚ। ਬੇਟਾ, ਜੇਕਰ ਅਸੀਂ ਆਪਣੀ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸ਼ਖਸੀਅਤ ਦਾ ਨਿਖਾਰ ਹੋਵੇ, ਤਾਂ ਸਾਨੂੰ ਆਪਣੀਆਂ ਭਾਵਨਾਵਾਂ ਦਾ ਸੰਤੁਲਨ ਕਾਇਮ ਕਰਨ ਦੀ ਲੋੜ ਪੈਂਦੀ ਹੈ। ਬੇਟਾ, ਸਾਡੀਆਂ ਭਾਵਨਾਵਾਂ ਸਾਡੀ ਜ਼ਿੰਦਗੀ ਨੂੰ ਚਲਾ ਰਹੀਆਂ ਹਨ। ਜੇਕਰ ਸਾਡੀਆਂ ਭਾਵਨਾਵਾਂ ਜਾਂ ਸਾਡੀਆਂ ਫੀਲਿੰਗਸ ਸਾਡੇ ਕੰਟਰੋਲ ਵਿੱਚ ਹਨ, ਜੇਕਰ ਅਸੀਂ ਇਮੋਸ਼ਨਲੀ ਮੈਚਿਓਰ ਹਾਂ, ਅਰਥਾਤ ਕਿ ਸਾਨੂੰ ਪਤਾ ਹੈ ਕਿ ਅਸੀਂ ਕਦੋਂ ਤੇ ਕਿਵੇਂ ਤੇ ਕਿਹੜਾ ਭਾਵ ਪ੍ਰਗਟ ਕਰਨਾ ਹੈ, ਕਿੰਨਾ ਕੁ ਪ੍ਰਗਟ ਕਰਨਾ ਹੈ, ਤੇ ਸਾਡੀਆਂ ਭਾਵਨਾਵਾਂ ਸਾਡੇ ਕਾਬੂ ਵਿੱਚ ਹਨ, ਤਾਂ ਅਸੀਂ ਸੱਭਿਅਕ ਇਨਸਾਨ ਕਹਿਲਾਉਂਦੇ ਹਾਂ। ਬੇਟਾ, ਜੇਕਰ ਅਸੀਂ ਆਪਣੀ ਸ਼ਖਸੀਅਤ ਦਾ ਭਰਪੂਰ ਸਰਬਪੱਖੀ ਵਿਕਾਸ ਕਰਨਾ ਹੈ, ਤਾਂ ਸਾਨੂੰ ਆਪਣੇ ਇਮੋਸ਼ਨਸ ਵੱਲ, ਆਪਣੀਆਂ ਭਾਵਨਾਵਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਜੇਕਰ ਅਸੀਂ ਕਦੇ ਕਦੇ ਗੁੱਸੇ 'ਚ ਆਉਂਦੇ ਹਾਂ, ਕਦੇ ਕਦੇ ਅਸੀਂ ਕਿਸੇ ਨਾਲ ਨਾਰਾਜ਼ ਹੁੰਦੇ ਹਾਂ ਜਾਂ ਬੇਚੈਨੀ ਘਬਰਾਹਟ ਹੁੰਦੀ ਹੈ, ਤਾਂ ਇਹ ਇੱਕ ਆਮ ਗੱਲ ਹੈ। ਪਰੰਤੂ ਜੇਕਰ ਅਕਸਰ ਹੀ ਅਜਿਹਾ ਰਹਿੰਦਾ ਹੈ, ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਚਿੜਚਿੜੇ ਹੋ ਜਾਂਦੇ ਹਾਂ, ਅਸੀਂ ਹਮੇਸ਼ਾ ਗੁੱਸੇ ਵਿੱਚ ਰਹਿੰਦੇ ਹਾਂ ਜਾਂ ਨਾਰਾਜ਼ ਹੀ ਰਹਿੰਦੇ ਹਾਂ, ਤਾਂ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਬੇਟਾ, ਅੱਜ ਦੇ ਇਸ ਟੌਪਿਕ ਵਿੱਚ, ਅੱਜ ਦੇ ਇਸ ਵਿਚਾਰ ਚਰਚਾ ਵਿੱਚ ਅਸੀਂ ਆਪਣੀਆਂ ਭਾਵਨਾਵਾਂ ਦੇ ਸੰਤੁਲਨ ਬਾਰੇ ਹੀ ਗੱਲ ਕਰਨੀ ਹੈ। ਅਸੀਂ ਕ੍ਰੋਧ ਪ੍ਰਬੰਧਨ ਬਾਰੇ ਜਾਣਾਂਗੇ, ਅਸੀਂ ਐਂਗਰ ਮੈਨੇਜਮੈਂਟ ਬਾਰੇ ਜਾਣਾਂਗੇ, ਅਸੀਂ ਆਪਣੀਆਂ ਇਮੋਸ਼ਨਲ ਮੈਚਿਓਰਟੀ ਬਾਰੇ ਗੱਲ ਕਰਾਂਗੇ, ਆਪਣੀਆਂ ਭਾਵਨਾਵਾਂ ਦੇ ਸੰਤੁਲਨ ਨੂੰ ਕਾਇਮ ਕਰਨ ਬਾਰੇ ਗੱਲ ਕਰਾਂਗੇ, ਕਿਉਂਕਿ ਸਾਡੀਆਂ ਭਾਵਨਾਵਾਂ ਸਾਡੀ ਜ਼ਿੰਦਗੀ ਨੂੰ ਸਕਾਰਾਤਮਕ ਸੇਧ ਦੇ ਸਕਦੀਆਂ ਹਨ ਤੇ ਅਸੀਂ ਸੱਭਿਅਕ ਇਨਸਾਨ ਬਣ ਸਕਦੇ ਹਾਂ। ਆਓ ਅੱਜ ਦੇ ਇਸ ਵਿਚਾਰ ਚਰਚਾ ਵਿੱਚ ਆਪਣੀਆਂ ਭਾਵਨਾਵਾਂ ਬਾਰੇ ਜਾਣੀਏ ਤੇ ਆਪਣੀ ਭਾਵਨਾਵਾਂ ਦੇ ਸੰਤੁਲਨ ਨੂੰ ਕਾਇਮ ਕਰਨਾ ਸਿੱਖੀਏ। ਆਓ ਅੱਜ ਆਪਣੇ ਅੰਦਰ ਝਾਤੀ ਮਾਰੀਏ। ਅੱਜ ਆਤਮ ਝਾਤ ਰਾਹੀਂ, ਸੈਲਫ ਇਵੈਲੂਏਸ਼ਨ ਰਾਹੀਂ ਆਪਣੇ ਅੰਦਰ ਦੀਆਂ ਫੀਲਿੰਗਸ ਨੂੰ, ਆਪਣੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਆਪਣੀਆਂ ਖੁਦ ਦੀਆਂ ਭਾਵਨਾਵਾਂ ਨੂੰ ਸਮਝ ਕੇ ਸਵੈ ਪੜਚੋਲ ਕਰਨ ਦੇ ਕਾਬਿਲ ਬਣ ਜਾਈਏ, ਤਾਂ ਅਸੀਂ ਬਹੁਤ ਹੀ ਸੂਝਵਾਨ ਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ, ਕਿਉਂਕਿ ਭਾਵਨਾਵਾਂ ਹੀ ਸਾਡੀ ਜ਼ਿੰਦਗੀ ਨੂੰ ਚਲਾ ਰਹੀਆਂ ਹਨ।
ਅਸੀਂ ਕਿਸ ਤਰ੍ਹਾਂ ਬੋਲਦੇ ਹਾਂ, ਅਸੀਂ ਕਿਸੇ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਾਂ, ਸਾਡਾ ਦੂਜਿਆਂ ਪ੍ਰਤੀ ਵਤੀਰਾ ਕਿਹੋ ਜਿਹਾ ਹੈ, ਸਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਕਿਹੋ ਜਿਹਾ ਹੈ, ਸਾਡੀ ਸੋਚ ਕਿਹੋ ਜਿਹੀ ਹੈ, ਇਹ ਸਭ ਸਾਡੀਆਂ ਭਾਵਨਾਵਾਂ 'ਤੇ ਹੀ ਨਿਰਭਰ ਕਰਦਾ ਹੈ। ਸਾਡੀਆਂ ਭਾਵਨਾਵਾਂ ਹੀ ਇਸ ਸਭ ਨੂੰ ਕੰਟਰੋਲ ਕਰਦੀਆਂ ਹਨ। ਅੱਜ ਦੇਖੀਏ, ਅੱਜ ਆਪਣੇ ਆਪ ਨੂੰ ਇੱਕ ਪ੍ਰਸ਼ਨ ਪੁੱਛੀਏ, ਮੈਂ ਕਿਵੇਂ ਮਹਿਸੂਸ ਕਰਦਾ ਹਾਂ। ਬੇਟਾ, ਅੱਜ ਆਪਣੇ ਖੁਦ ਦੇ ਅੰਦਰ ਝਾਤੀ ਮਾਰ ਕੇ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅੱਜ ਆਪਣੇ ਆਪ ਨੂੰ ਹੀ ਪੁੱਛਣਾ ਹੈ ਕਿ ਮੈਨੂੰ ਅੱਜ ਕਿਹੋ ਜਿਹਾ ਫੀਲ ਹੋ ਰਿਹਾ ਹੈ, ਅੱਜ ਮੈਂ ਕਿਹੋ ਜਿਹਾ ਅਨੁਭਵ ਕਰ ਰਿਹਾ ਹਾਂ, ਜਾਂ ਮੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ। ਕੀ ਮੈਂ ਅੱਜ ਖੁਸ਼ ਹਾਂ, ਕੀ ਉਦਾਸ ਹਾਂ, ਕੀ ਮੈਨੂੰ ਗੁੱਸਾ ਆ ਰਿਹਾ ਹੈ, ਜਾਂ ਮੈਂ ਕਿਸੇ ਦੇ ਨਾਲ ਨਾਰਾਜ਼ ਹਾਂ। ਅੱਜ ਆਪਣੀਆਂ ਭਾਵਨਾਵਾਂ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜਰਾ ਝਾਤੀ ਮਾਰੋ ਕਿ ਤੁਸੀਂ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ। ਕੀ ਤੁਸੀਂ ਖੁਸ਼ ਹੋ, ਖਿੜੇ ਹੋਏ ਹੋ, ਜਾਂ ਤੁਸੀਂ ਉਦਾਸ ਮਹਿਸੂਸ ਕਰ ਰਹੇ ਹੋ, ਜਾਂ ਤੁਹਾਨੂੰ ਨਾਰਾਜ਼ਗੀ ਹੈ, ਕਿਸੇ ਪ੍ਰਤੀ ਗੁੱਸਾ ਆ ਰਿਹਾ ਹੈ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ। ਅੱਜ ਆਪਣੇ ਅੰਦਰ ਝਾਤੀ ਮਾਰੋ ਅਤੇ ਆਪਣੀਆਂ ਭਾਵਨਾਵਾਂ ਨੂੰ ਸਮਝੋ, ਆਪਣੀਆਂ ਫੀਲਿੰਗਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਬੇਟਾ, ਹਰੇਕ ਦਿਨ ਅਸੀਂ ਇੱਕੋ ਜਿਹੇ ਨਹੀਂ ਰਹਿ ਸਕਦੇ। ਅਸੀਂ ਕਿਸੇ ਦਿਨ ਬਹੁਤ ਖੁਸ਼ ਹੁੰਦੇ ਹਾਂ, ਕਿਸੇ ਦਿਨ ਅਸੀਂ ਉਦਾਸ ਵੀ ਹੋ ਸਕਦੇ ਹਾਂ, ਕਿਸੇ ਦਿਨ ਸਾਨੂੰ ਕਿਸੇ ਨਾਲ ਨਾਰਾਜ਼ਗੀ ਵੀ ਹੋ ਸਕਦੀ ਹੈ। ਲੇਕਿਨ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਹੈ ਅਤੇ ਉਹਨਾਂ ਉੱਪਰ ਕੰਟਰੋਲ ਰੱਖਣਾ ਹੈ, ਉਹਨਾਂ ਨੂੰ ਆਪਣੇ ਕਾਬੂ ਹੇਠ ਰੱਖਣਾ ਹੈ, ਉਹਨਾਂ ਨੂੰ ਨਿਯੰਤਰਣ ਹੇਠ ਰੱਖਣਾ ਹੈ। ਕਿਤੇ ਸਾਡੀਆਂ ਭਾਵਨਾਵਾਂ ਹਾਵੀ ਹੋ ਕੇ ਸਾਡਾ ਕੋਈ ਨੁਕਸਾਨ ਨਾ ਕਰ ਦੇਣ। ਇਸ ਲਈ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਹੈ ਅਤੇ ਉਹਨਾਂ 'ਤੇ ਬੈਲੈਂਸ ਬਣਾ ਕੇ ਚੱਲਣਾ ਹੈ, ਉਹਨਾਂ ਨੂੰ ਕੰਟਰੋਲ ਕਰਕੇ ਚੱਲਣਾ ਹੈ, ਆਪਣੀਆਂ ਭਾਵਨਾਵਾਂ ਦਾ ਸੰਤੁਲਨ ਕਾਇਮ ਰੱਖਣਾ ਹੈ। ਜੇ ਅਸੀਂ ਖੁਸ਼ ਹਾਂ ਤਾਂ ਬਹੁਤ ਜ਼ਿਆਦਾ ਓਵਰ ਐਕਸਾਈਟਡ ਨਹੀਂ ਹੋਣਾ। ਜੇ ਅਸੀਂ ਉਦਾਸ ਹਾਂ ਤਾਂ ਇਹ ਨਾ ਹੋਵੇ ਕਿ ਸਾਡੇ ਆਸ-ਪਾਸ ਸਾਰੇ ਹੀ ਉਦਾਸ ਹੋ ਜਾਣ, ਜਾਂ ਸਾਡੇ ਸਾਰੇ ਚਾਰ ਚੁਫੇਰੇ ਦੇ ਲੋਕਾਂ ਨੂੰ ਸਾਡੀ ਉਦਾਸੀ ਜਾਂ ਸਾਡੀ ਦੁੱਖ ਦੀ ਭਾਵਨਾ ਦੇ ਨਾਲ ਕੋਈ ਨੁਕਸਾਨ ਪਹੁੰਚ ਰਿਹਾ ਹੋਵੇ। ਜੇ ਅਸੀਂ ਗੁੱਸੇ ਵਿੱਚ ਹਾਂ ਤਾਂ ਅਸੀਂ ਆਪਣਾ ਗੁੱਸਾ ਵੀ ਕੰਟਰੋਲ ਕਰਨਾ ਹੈ, ਤਾਂ ਕਿ ਸਾਡੇ ਆਸੇ-ਪਾਸੇ ਦੇ ਲੋਕ, ਸਾਡੇ ਆਸੇ-ਪਾਸੇ ਦਾ ਵਾਤਾਵਰਨ, ਸਾਡੇ ਆਸੇ-ਪਾਸੇ ਦਾ ਮਾਹੌਲ ਸਾਡੇ ਗੁੱਸੇ ਦੇ ਕਾਰਨ ਵਿਗੜ ਨਾ ਜਾਵੇ, ਕਿਸੇ ਹੋਰ ਨੂੰ ਸਾਡੇ ਗੁੱਸੇ ਦੇ ਕਾਰਨ ਕੋਈ ਨੁਕਸਾਨ ਨਾ ਪਹੁੰਚੇ। ਇਸ ਲਈ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਵੀ ਹੈ ਅਤੇ ਉਹਨਾਂ ਨੂੰ ਆਪਣੇ ਨਿਯੰਤਰਣ ਹੇਠ ਵੀ ਰੱਖਣਾ ਹੈ, ਆਪਣੀਆਂ ਭਾਵਨਾਵਾਂ ਦਾ ਸੰਤੁਲਨ ਕਾਇਮ ਰੱਖਣਾ ਹੈ। ਇਹ ਹੀ ਸਾਡੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਦੇ ਵਿੱਚ ਆਏਗਾ। ਇਸ ਲਈ ਬੇਟਾ, ਤੁਹਾਨੂੰ ਹੁਣ ਦੇਖੋ ਸਕਰੀਨ ਉੱਪਰ 2 ਚਿਹਰੇ ਦਿਖਾਈ ਦੇ ਰਹੇ ਹਨ, 1 ਕਿ 2। ਬੇਟਾ, ਤੁਸੀਂ ਦੇਖੋ ਕਿ ਤੁਹਾਨੂੰ ਕਿਹੜਾ ਚਿਹਰਾ ਜ਼ਿਆਦਾ ਪਸੰਦ ਹੈ, ਪਹਿਲਾ ਜਾਂ ਦੂਸਰਾ। ਬੇਟਾ, ਸਭ ਤੋਂ ਪਹਿਲਾ ਚਿਹਰਾ ਜਿਹੜਾ ਹੈ ਉਹ ਕੀ ਹੈ, ਸਮਾਈਲ ਕਰ ਰਿਹਾ ਹੈ, ਮੁਸਕਰਾ ਰਿਹਾ ਹੈ, ਅਤੇ ਦੂਸਰਾ ਚਿਹਰਾ ਕੀ ਹੈ, ਉਦਾਸ ਹੈ, ਦੁਖੀ ਹੈ। ਬੇਟਾ, ਹੁਣ ਤੁਸੀਂ ਦੇਖੋ ਕਿ ਤੁਹਾਨੂੰ ਪਹਿਲਾ ਚਿਹਰਾ ਜ਼ਿਆਦਾ ਪਸੰਦ ਹੈ ਕਿ ਦੂਸਰਾ। ਜੀ ਹਾਂ, ਸਭ ਨੂੰ ਪਹਿਲਾ ਚਿਹਰਾ ਹੀ ਪਸੰਦ ਹੋਵੇਗਾ, ਕਿਉਂਕਿ ਹਮੇਸ਼ਾ ਸਭ ਨੂੰ ਹੱਸਦਾ, ਮੁਸਕਰਾਉਂਦਾ, ਸਮਾਈਲ ਕਰਦਾ ਚਿਹਰਾ ਹੀ ਪਸੰਦ ਆਉਂਦਾ ਹੈ। ਕੋਈ ਵੀ ਆਪਣੇ ਆਪ ਨੂੰ ਦੁਖੀ ਜਾਂ ਉਦਾਸ ਨਹੀਂ ਕਰਨਾ ਚਾਹੁੰਦਾ। ਹਮੇਸ਼ਾ ਕੀ ਚਾਹੁੰਦੇ ਹਾਂ, ਖੁਸ਼ ਰਹਿਣਾ ਚਾਹੁੰਦੇ ਹਾਂ, ਹੱਸਦੇ ਮੁਸਕਰਾਉਂਦੇ ਰਹਿਣਾ ਚਾਹੁੰਦੇ ਹਾਂ। ਅਤੇ ਬੇਟਾ, ਜਿਹੜਾ ਤੁਹਾਡਾ ਬਚਪਨ ਹੈ ਉਹ ਵੀ ਖਿਲਿਆ ਖਿਲਿਆ, ਹੱਸਦਾ ਮੁਸਕਰਾਉਂਦਾ ਹੀ ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ। ਜੇ ਸਾਡੇ ਚਿਹਰੇ 'ਤੇ ਸਮਾਈਲ ਹੈ, ਮੁਸਕਰਾਹਟ ਹੈ, ਤਾਂ ਸਾਡੇ ਆਸ-ਪਾਸ ਦਾ ਵਾਤਾਵਰਨ, ਸਾਡੇ ਆਸ-ਪਾਸ ਦੇ ਲੋਕ ਸਾਰੇ ਹੀ ਖੁਸ਼ ਮੁਸਕਰਾਉਂਦੇ ਹੋਏ ਨਜ਼ਰ ਆਉਣਗੇ। ਜੇਕਰ ਅਸੀਂ ਉਦਾਸ ਹਾਂ ਜਾਂ ਅਸੀਂ ਦੁਖੀ ਹਾਂ ਤਾਂ ਸਾਨੂੰ ਆਪਣਾ ਆਲਾ ਦੁਆਲਾ ਵੀ ਉਦਾਸ ਜਾਂ ਨਾਰਾਜ਼ ਹੀ ਪ੍ਰਗਟ ਹੁੰਦਾ ਹੈ। ਇਸ ਲਈ ਸਾਨੂੰ ਹਮੇਸ਼ਾ ਆਪਣੇ ਚਿਹਰੇ 'ਤੇ ਮੁਸਕਰਾਹਟ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਹਮੇਸ਼ਾ ਸਮਾਈਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੇਟਾ, ਜੇ ਅਸੀਂ ਆਤਮ ਝਾਤ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੇ ਕਾਬਿਲ ਹੋ ਜਾਈਏ ਤਾਂ ਅਸੀਂ ਸਮਝਦਾਰੀ ਦੀ ਪੌੜੀ ਉੱਪਰ ਚੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਹੌਲੀ ਹੌਲੀ ਸਮਝਦਾਰ ਬਣਦੇ ਜਾਂਦੇ ਹਾਂ, ਅਕਲਮੰਦ ਬਣਦੇ ਜਾਂਦੇ ਹਾਂ, ਅਤੇ ਸਾਨੂੰ ਜਿਹੜੀ ਸਿਆਣਪ ਹੈ, ਸੋਝੀ ਹੈ, ਉਹ ਆਪਣੇ ਆਪ ਹੀ ਆ ਜਾਂਦੀ ਹੈ। ਜੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੇ ਕਾਬਿਲ ਹੋ ਜਾਈਏ ਅਤੇ ਅਸੀਂ ਆਪਣੀ ਭਾਵਨਾਵਾਂ ਨੂੰ ਕੰਟਰੋਲ ਕਰ ਸਕਦੇ ਹਾਂ, ਅਤੇ ਜੇ ਸਾਡੀਆਂ ਭਾਵਨਾਵਾਂ ਸਾਡੇ ਨਿਯੰਤਰਣ ਹੇਠ ਹੈ ਤਾਂ ਅਸੀਂ ਆਟੋਮੈਟਿਕਲੀ ਸਮਝਦਾਰ ਬਣ ਜਾਂਦੇ ਹਾਂ। ਬੇਟਾ, ਸਾਨੂੰ ਪੂਰੀ ਸਮਝ ਹੋਣੀ ਚਾਹੀਦੀ ਹੈ ਕਿ ਕਦੋਂ ਖੁਸ਼ ਹੋਣਾ ਹੈ, ਕਿੰਨਾ, ਕਦੋਂ ਹੱਸਣਾ ਹੈ ਅਤੇ ਕਿੰਨਾ, ਕਦੋਂ ਰੋਣਾ ਹੈ,
ਕਿੰਨਾ, ਕਦੋਂ ਗੁੱਸਾ ਵਿਖਾਉਣਾ ਹੈ ਤੇ ਕਿੰਨਾ। ਬੇਟਾ ਇਹ ਸਾਰੀਆਂ ਨਾਰਮਲ ਭਾਵਨਾਵਾਂ ਹਨ, ਲੇਕਿਨ ਮੇਨ ਗੱਲ ਕੀ ਹੈ ਕਿ ਇਹਨਾਂ ਦੇ ਉੱਪਰ ਕੰਟਰੋਲ ਹੋਣਾ ਚਾਹੀਦਾ ਹੈ, ਇਹਨਾਂ ਦਾ ਬੈਲੈਂਸ ਬਣਾ ਕੇ ਚੱਲਣਾ ਹੈ। ਇਹ ਨਹੀਂ ਕਿ ਹੱਸਣਾ ਤੇ ਹੱਸੀ ਜਾਣਾ ਹੈ, ਰੋਣਾ ਹੈ ਤੇ ਰੋਈ ਜਾਣਾ ਹੈ, ਇਹ ਗਲਤ ਹੈ। ਸਾਨੂੰ ਕੀ ਕਰਨਾ ਹੈ, ਬੈਲੈਂਸ ਬਣਾ ਕੇ ਚੱਲਣਾ ਹੈ, ਕਿਉਂਕਿ ਸਾਡੀਆਂ ਭਾਵਨਾਵਾਂ ਸਾਡੀ ਜ਼ਿੰਦਗੀ ਨੂੰ ਚਲਾ ਰਹੀਆਂ ਹਨ। ਬੇਟਾ ਜੇਕਰ ਅਸੀਂ ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਜਾਂਦੇ ਹਾਂ, ਨਿੱਕੀ ਨਿੱਕੀ ਗੱਲ ਤੇ ਚਿੜ ਜਾਂਦੇ ਹਾਂ, ਨਾਰਾਜ਼ ਹੋ ਜਾਂਦੇ ਹਾਂ, ਗੁੱਸਾ ਦਿਖਾਉਂਦੇ ਹਾਂ, ਤਾਂ ਸਾਡੇ ਪਰਿਵਾਰਿਕ ਸੰਬੰਧ, ਸਾਡੀ ਮਾਨਸਿਕ ਸਿਹਤ ਤੇ ਸਮਾਜਿਕ ਰਿਸ਼ਤੇ ਸਭ ਹੀ ਪ੍ਰਭਾਵਿਤ ਹੁੰਦੇ ਹਨ। ਬੇਟਾ ਸਕਰੀਨ ਤੇ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ? ਕ੍ਰੋਧ ਦਾ ਜਵਾਲਾਮੁਖੀ। ਕ੍ਰੋਧ ਦਾ ਜਵਾਲਾਮੁਖੀ ਜਾਂ ਐਂਗਰ, ਵੋਲਕੈਨੋ ਆਫ ਐਂਗਰ, ਵੋਲਕੈਨੋ ਆਫ ਰੈਥ। ਕ੍ਰੋਧ ਦਾ ਜਵਾਲਾਮੁਖੀ। ਬੇਟਾ ਆਓ ਇੱਕ ਵੀਡੀਓ ਦੇਖਦੇ ਹਾਂ। ਇਸ ਵੀਡੀਓ ਵਿੱਚ ਸਾਨੂੰ ਕੀ ਦਿਖਾਇਆ ਗਿਆ ਹੈ? ਇਸ ਵਿੱਚ ਸਾਨੂੰ ਕ੍ਰੋਧ ਦਾ ਜਵਾਲਾਮੁਖੀ ਦਿਖਾਇਆ ਗਿਆ ਹੈ। ਕ੍ਰੋਧ ਦਾ ਜਵਾਲਾਮੁਖੀ ਕਿਸ ਨੂੰ ਕਹਿੰਦੇ ਹਨ, ਇਹ ਕਿਵੇਂ ਬਣਦਾ ਹੈ ਤੇ ਇਸ ਦੇ ਕੀ ਕੀ ਨੁਕਸਾਨ ਹੋ ਸਕਦੇ ਹਨ? ਆਓ ਇੱਕ ਵੀਡੀਓ ਰਾਹੀਂ ਦੇਖਦੇ ਹਾਂ। ਭਾਵਨਾਵਾਂ ਦਾ ਸੰਤੁਲਨ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ, ਕਿਉਂਕਿ ਸਾਡੀਆਂ ਭਾਵਨਾਵਾਂ ਹੀ ਸਾਡੀ ਜ਼ਿੰਦਗੀ ਨੂੰ ਚਲਾ ਰਹੀਆਂ ਹਨ। ਸਾਡੀਆਂ ਭਾਵਨਾਵਾਂ ਸਾਡੀ ਸਿੱਖਣ ਦੀ ਸਮਰੱਥਾ, ਸੋਚਣ ਦੀ ਸ਼ਕਤੀ, ਯਾਦਾਸ਼ਤ, ਮਾਨਸਿਕਤਾ, ਸਿਹਤ ਤੇ ਤੰਦਰੁਸਤੀ, ਰਿਸ਼ਤਿਆਂ ਦੇ ਤਾਣੇ ਬਾਣੇ ਅਤੇ ਫੈਸਲਾ ਲੈਣ ਦੀ ਕਾਬਲੀਅਤ ਨੂੰ ਨਿਰਧਾਰਤ ਕਰਦੀਆਂ ਹਨ। ਜੇਕਰ ਸਾਨੂੰ ਕਦੇ-ਕਦੇ ਗੁੱਸਾ ਜਾਂ ਨਾਰਾਜ਼ਗੀ ਆਉਂਦੀ ਹੈ ਤਾਂ ਇਹ ਸਧਾਰਨ ਗੱਲ ਹੈ, ਲੇਕਿਨ ਜੇਕਰ ਅਸੀਂ ਆਮ ਤੌਰ ਤੇ ਬਹੁਤ ਹੀ ਜਲਦੀ ਗੁੱਸੇ ਵਿੱਚ ਆ ਜਾਂਦੇ ਹਾਂ ਜਾਂ ਬੇਕਾਬੂ ਹੋ ਜਾਂਦੇ ਹਾਂ, ਸਾਨੂੰ ਦੂਸਰਿਆਂ ਨੂੰ ਦੇਖ ਕੇ ਈਰਖਾ ਹੁੰਦੀ ਹੈ ਜਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਈਰਖਾ ਦੀ ਭਾਵਨਾ ਮਹਿਸੂਸ ਹੁੰਦੀ ਹੈ, ਸਾਨੂੰ ਦੂਸਰਿਆਂ ਵੱਲ ਵੇਖ ਕੇ ਜੈਲਸੀ ਹੁੰਦੀ ਹੈ, ਤਾਂ ਸਾਨੂੰ ਜ਼ਰੂਰ ਹੀ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਸਿੱਖਣਾ ਪਵੇਗਾ। ਕਿਉਂਕਿ ਗੁੱਸਾ, ਨਾਰਾਜ਼ਗੀ, ਸਾੜਾ, ਈਰਖਾ ਇਹੋ ਜਿਹੀਆਂ ਭਾਵਨਾਵਾਂ ਹਨ ਜਿਹੜੀਆਂ ਅੰਦਰੋਂ ਅੰਦਰੀ ਧੁੱਕ ਕੇ ਹੌਲੀ-ਹੌਲੀ ਇੱਕ ਜਵਾਲਾਮੁਖੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਜਿਵੇਂ ਜਵਾਲਾਮੁਖੀ ਫਟਦਾ ਹੈ ਤਾਂ ਤਬਾਹੀ ਮਚਾ ਦਿੰਦਾ ਹੈ ਤੇ ਆਪਣੇ ਆਸ-ਪਾਸ ਦੀਆਂ ਸਭ ਚੀਜ਼ਾਂ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਇਸੇ ਤਰ੍ਹਾਂ ਜੇਕਰ ਗੁੱਸਾ ਵੀ ਕਾਬੂ ਤੋਂ ਬਾਹਰ ਹੋ ਜਾਵੇ ਤਾਂ ਇਹ ਵੀ ਜਵਾਲਾਮੁਖੀ ਬਣ ਜਾਂਦਾ ਹੈ ਤੇ ਇਸ ਦੇ ਨਾਲ ਸਰੀਰਕ ਸਿਹਤ ਦੇ ਉੱਪਰ ਤਾਂ ਬਹੁਤ ਬੁਰੇ ਪ੍ਰਭਾਵ ਪੈਂਦੇ ਹੀ ਹਨ, ਉਸ ਦੇ ਨਾਲ-ਨਾਲ ਸਾਡੀ ਮਾਨਸਿਕ ਸਿਹਤ, ਪਰਿਵਾਰਿਕ ਸੰਬੰਧ ਤੇ ਸਮਾਜਿਕ ਰਿਸ਼ਤੇ ਸਾਰੇ ਹੀ ਕ੍ਰੋਧ ਕਾਰਨ ਪ੍ਰਭਾਵਿਤ ਹੁੰਦੇ ਹਨ। ਕ੍ਰੋਧ ਨੂੰ ਜਵਾਲਾਮੁਖੀ ਬਣਨ ਤੋਂ ਰੋਕਣਾ ਹੈ, ਇਸ ਲਈ ਸਾਨੂੰ ਆਪਣੇ ਗੁੱਸੇ ਨੂੰ ਕਾਬੂ ਵਿੱਚ ਕਰਨਾ ਸਿੱਖਣਾ ਪਵੇਗਾ ਤਾਂ ਕਿ ਸਾਡਾ ਗੁੱਸਾ ਕ੍ਰੋਧ ਦਾ ਜਵਾਲਾਮੁਖੀ ਨਾ ਬਣ ਜਾਵੇ। ਕਿਤੇ ਅਸੀਂ ਗੁੱਸੇ ਵਿੱਚ ਕੋਈ ਐਸੀ ਵੱਡੀ ਗਲਤੀ ਨਾ ਕਰ ਬੈਠੀਏ ਕਿ ਬਾਅਦ ਵਿੱਚ ਪਛਤਾਉਣਾ ਪੈ ਜਾਵੇ। ਬੇਟਾ ਆਓ ਹੁਣ ਦੇਖੀਏ ਕਿ ਅਸੀਂ ਭਾਵਨਾਵਾਂ ਦੇ ਕਿਸ ਦਾਇਰੇ ਵਿੱਚ ਖੜੇ ਹਾਂ। ਆਓ ਆਪਣੇ ਆਪ ਨੂੰ ਪੁੱਛੀਏ ਕਿ ਮੈਂ ਕਿਸ ਦਾਇਰੇ ਵਿੱਚ ਹਾਂ। ਬੇਟਾ ਤੁਹਾਨੂੰ 4 ਦਾਇਰੇ ਦਿਖਾਈ ਦੇ ਰਹੇ ਹਨ। ਪਹਿਲਾ ਸਭ ਤੋਂ ਬਾਹਰ ਵਾਲਾ ਜਿਹੜਾ ਹੈ ਉਹ ਕੀ ਹੈ? ਸੁਨਹਿਰੀ ਦਾਇਰਾ। ਉਸ ਤੋਂ ਅੱਗੇ ਪੀਲਾ ਦਾਇਰਾ ਹੈ, ਫਿਰ ਸੰਤਰੀ ਦਾਇਰਾ ਹੈ ਤੇ ਸਭ ਤੋਂ ਅੰਦਰ ਕਿਹੜਾ ਹੈ? ਲਾਲ ਦਾਇਰਾ ਜਾਂ ਰੈੱਡ ਰੀਅਲਮ ਆਫ ਇਮੋਸ਼ਨਸ। ਬੇਟਾ ਜੇ ਅਸੀਂ ਸੁਨਹਿਰੀ ਦਾਇਰੇ ਵਿੱਚ ਆ ਰਹੇ ਹਾਂ, ਅਸੀਂ ਖੁਸ਼ ਹਾਂ, ਸੰਤੁਸ਼ਟ ਹਾਂ, ਸ਼ਾਂਤ ਹਾਂ, ਤਾਂ ਅਸੀਂ ਪ੍ਰਸ਼ੰਸਾ ਦੇ ਕਾਬਿਲ ਹਾਂ, ਕਿਉਂਕਿ ਅਸੀਂ ਭਾਵਨਾਵਾਂ ਦੇ ਸੁਰੱਖਿਅਤ ਦਾਇਰੇ ਵਿੱਚ ਹਾਂ। ਲੇਕਿਨ ਜੇਕਰ ਅਸੀਂ ਦੁਖੀ ਰਹਿੰਦੇ ਹਾਂ, ਅਸੰਤੁਸ਼ਟ ਹਾਂ, ਅਸ਼ਾਂਤ ਰਹਿੰਦੇ ਹਾਂ, ਉਦਾਸ ਰਹਿੰਦੇ ਹਾਂ, ਹਮੇਸ਼ਾ ਡਰੇ ਸਹਿਮੇ ਰਹਿੰਦੇ ਹਾਂ, ਤਾਂ ਅਸੀਂ ਭਾਵਨਾਵਾਂ ਦੇ ਪੀਲੇ ਦਾਇਰੇ ਵਿੱਚ ਹਾਂ। ਇਸ ਲਈ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੀ, ਉਹਨਾਂ ਦਾ ਸੰਤੁਲਨ ਕਾਇਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬੇਟਾ ਸਾਡੀ ਤੰਦਰੁਸਤੀ, ਸਾਡੀ ਸਿਹਤ ਦੇ ਨਾਲ-ਨਾਲ ਸਾਡੀ ਮਾਨਸਿਕ ਸਿਹਤ, ਸਾਡੇ ਪਰਿਵਾਰਿਕ ਨਾਤੇ, ਸਮਾਜਿਕ ਰਿਸ਼ਤੇ ਸਾਰੇ ਹੀ ਸਾਡੀ ਕ੍ਰੋਧ, ਈਰਖਾ, ਨਫ਼ਰਤ ਕਾਰਨ ਪ੍ਰਭਾਵਿਤ ਹੁੰਦੇ ਹਨ। ਬੇਟਾ ਜਿਹੜੀਆਂ ਸਾਡੀਆਂ ਨਕਾਰਾਤਮਕ ਭਾਵਨਾਵਾਂ ਹਨ, ਕ੍ਰੋਧ, ਈਰਖਾ, ਨਫ਼ਰਤ ਜਿਹੜੀਆਂ ਹਨ, ਇਹ ਕੀ ਕਰਦੀਆਂ ਹਨ? ਸਾਨੂੰ ਬਿਮਾਰ ਵੀ ਕਰਦੀਆਂ ਹਨ, ਸਰੀਰਕ ਤੌਰ 'ਤੇ ਵੀ ਤੇ ਮਾਨਸਿਕ ਤੌਰ 'ਤੇ ਵੀ। ਸਾਨੂੰ ਕਈ ਬਿਮਾਰੀਆਂ ਆਣ ਘੇਰਦੀਆਂ ਹਨ ਤੇ ਬੇਟਾ ਇਸ ਦੇ ਨਾਲ-ਨਾਲ ਸਾਡੇ ਜਿਹੜੇ ਪਰਿਵਾਰਿਕ ਸੰਬੰਧ ਹਨ, ਸਾਡੇ ਪਰਿਵਾਰਿਕ ਮੈਂਬਰਾਂ ਦੇ ਵਿਚਲੇ ਜਿਹੜੇ ਸੰਬੰਧ ਹਨ, ਉਹ ਵੀ ਸੁਖਾਵੇਂ ਨਹੀਂ ਰਹਿੰਦੇ। ਸਾਡੇ ਸਮਾਜਿਕ ਰਿਸ਼ਤੇ ਵੀ ਪ੍ਰਭਾਵਿਤ ਹੁੰਦੇ ਹਨ। ਇਸ ਲਈ ਸਾਨੂੰ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਿੱਖਣਾ ਚਾਹੀਦਾ ਹੈ ਤਾਂ ਕਿ ਸਾਡਾ ਗੁੱਸਾ, ਸਾਡਾ ਕ੍ਰੋਧ ਕਿਤੇ ਜਵਾਲਾਮੁਖੀ ਦਾ ਰੂਪ ਨਾ ਧਾਰਨ ਕਰ ਲਵੇ ਤੇ ਅਸੀਂ ਕੋਈ ਵੱਡੀ ਨਾਦਾਨੀ ਨਾ ਕਰ ਬੈਠੀਏ ਕਿ ਬਾਅਦ ਵਿੱਚ ਪਛਤਾਉਣਾ ਪੈ ਜਾਵੇ। ਬੇਟਾ ਗੁੱਸੇ ਜਾਂ ਕ੍ਰੋਧ ਦੇ
ਟਾਈਮ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਗਲਤ ਕਰ ਬੈਠੇ ਹਾਂ, ਅਸੀਂ ਕੀ ਗਲਤ ਬੋਲ ਬੈਠੇ ਹਾਂ, ਸਾਡੇ ਮੂੰਹ ਚੋਂ ਕਿਹੋ ਜਿਹੇ ਸ਼ਬਦ ਨਿਕਲੇ ਹਨ, ਕਿਉਂਕਿ ਇੱਕ ਵਾਰੀ ਮੂੰਹ ਚੋਂ ਨਿਕਲੇ ਸ਼ਬਦ ਕਦੇ ਵੀ ਵਾਪਸ ਨਹੀਂ ਆਉਂਦੇ। ਤੇ ਜੇਕਰ ਅਸੀਂ ਕੁਛ ਗਲਤ ਬੋਲ ਬੈਠਦੇ ਹਾਂ ਤਾਂ ਕੀ ਹੁੰਦਾ ਹੈ ਕਿ ਹਮੇਸ਼ਾ ਲਈ ਸਾਡੇ ਜਿਹੜਾ ਹੈ ਉਹ ਗਲਤੀ ਸਾਨੂੰ ਪਛਤਾਵੇ ਦੇ ਰੂਪ ਵਿੱਚ ਜਿਹੜੀ ਸਾਡਾ ਪਿੱਛਾ ਕਰਦੀ ਰਹਿੰਦੀ ਹੈ, ਕਿਉਂਕਿ ਉਹ ਕਦੀ ਵੀ ਆਂਡੂ ਨਹੀਂ ਹੋ ਸਕਦਾ। ਇਸ ਲਈ ਜੇ ਅਸੀਂ ਕ੍ਰੋਧ ਉੱਪਰ ਕੰਟਰੋਲ ਕਰ ਲਈਏ ਤਾਂ ਸੁਖਦਾਈ ਖੁਸ਼ੀਆਂ ਭਰਿਆ ਜੀਵਨ ਚੁਣ ਲੈਂਦੇ ਹਾਂ, ਕਿਉਂਕਿ ਇਹ ਲਾਸਾਨੀ ਜ਼ਿੰਦਗੀ ਇੱਕ ਤੋਹਫਾ ਹੈ, ਇਸ ਨੂੰ ਭਰਪੂਰ ਜਿਉਣਾ ਇੱਕ ਕਲਾ ਹੈ। ਬੇਟਾ ਅਸੀਂ ਹਮੇਸ਼ਾ ਹੀ ਸੁਖਦਾਈ ਖੁਸ਼ੀਆਂ ਭਰਿਆ ਖੁਸ਼ਹਾਲ ਜੀਵਨ ਹੀ ਚੁਣਨਾ ਪਸੰਦ ਕਰਦੇ ਹਾਂ। ਹਰੇਕ ਕੋਈ ਚਾਹੁੰਦਾ ਹੈ ਕਿ ਮੈਂ ਖੁਸ਼ ਰਹਾਂ, ਸੁਖਦਾਇਕ ਜੀਵਨ ਜੀਵਾਂ, ਕਿਉਂਕਿ ਜ਼ਿੰਦਗੀ ਜਿਹੜੀ ਹੈ ਇੱਕ ਲਾਸਾਨੀ ਤੋਹਫਾ ਹੈ। ਇਸ ਲਈ ਇਸ ਨੂੰ ਭਰਪੂਰ ਤਰੀਕੇ ਨਾਲ ਜਿਉਣਾ ਸਾਨੂੰ ਸਿੱਖਣਾ ਚਾਹੀਦਾ ਹੈ। ਬੇਟਾ ਜੇ ਅਸੀਂ ਗੁੱਸੇ 'ਤੇ ਕਾਬੂ ਕਰਨਾ ਹੈ ਤਾਂ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਹਨ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਹੈ। ਬੇਟਾ ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਹਾਨੂੰ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਿੱਖਣਾ ਚਾਹੀਦਾ ਹੈ, ਕਿਉਂਕਿ ਗੁੱਸੇ ਵਿੱਚ ਕਈ ਵਾਰ ਇਨਸਾਨ ਇੰਨੀ ਵੱਡੀ ਗਲਤੀ ਕਰ ਬੈਠਦਾ ਹੈ ਕਿ ਬਾਅਦ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਂਦਾ। ਬੇਟਾ ਜੇਕਰ ਕੋਈ ਗਲਤੀ ਇਹੋ ਜਿਹੀ ਹੋ ਜਾਂਦੀ ਹੈ ਤਾਂ ਜੇ ਅਸੀਂ ਬਾਅਦ ਵਿੱਚ ਪਛਤਾਉਂਦੇ ਵੀ ਹਾਂ ਤਾਂ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਕਈ ਵਾਰ ਅਸੀਂ ਸੁਣਦੇ ਹਾਂ ਕਿ ਜੇ ਪਹਿਲਾਂ ਮੈਨੂੰ ਸਮਝ ਹੁੰਦੀ ਤਾਂ ਮੈਂ ਅਜਿਹਾ ਕਦੇ ਨਾ ਕਰਦਾ। ਇਸ ਲਈ ਬੇਟਾ ਜਿਹੜਾ ਗੁੱਸਾ ਹੈ ਉਸ ਤੋਂ ਹਮੇਸ਼ਾ ਬਚਣਾ ਹੈ, ਉਸ ਨੂੰ ਕਾਬੂ ਕਰਨਾ ਸਿੱਖਣਾ ਹੈ। ਬੇਟਾ ਗੁੱਸੇ 'ਤੇ ਕਾਬੂ ਕਰਨ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਸਹਿਣਸ਼ੀਲਤਾ। ਤੁਹਾਡੇ ਵਿੱਚ ਸਹਿਣ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਜੇ ਤੁਸੀਂ ਗੁੱਸੇ ਕ੍ਰੋਧ ਉੱਪਰ ਕੰਟਰੋਲ ਕਰਨ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਸੀਂ ਸੱਭਿਅਕ ਇਨਸਾਨ ਬਣ ਸਕਦੇ ਹੋ। ਬੇਟਾ ਜਿਵੇਂ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਚਾਹੇ ਅੱਗ ਦੀ ਜਿਹੜੀ ਮਾਚਿਸ ਦੀ ਤੀਲੀ ਹੈ ਉਹ ਜਲ ਰਹੀ ਹੈ, ਲੇਕਿਨ ਜਿਹੜਾ ਬਰਫ਼ ਦਾ ਟੁਕੜਾ ਹੈ ਉਹ ਫਿਰ ਵੀ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਜਿਹੜੀ ਸਹਿਣਸ਼ੀਲਤਾ ਹੈ, ਜਿਹੜੀ ਪੇਸ਼ੈਂਸ ਹੈ, ਟੋਲਰੈਂਸ ਹੈ, ਸਬਰ ਹੈ, ਉਹ ਕੀ ਕਰਦਾ ਹੈ ਸਾਡੇ ਵਿੱਚ ਸਹਿਣ ਸ਼ਕਤੀ ਨੂੰ ਵਧਾਉਂਦਾ ਹੈ ਤੇ ਅਸੀਂ ਦੂਸਰਿਆਂ ਦੀ ਗੱਲ ਸਹਿਣ ਕਰ ਲੈਂਦੇ ਹਾਂ। ਬੇਟਾ ਆਪਣੀ ਡਾਇਰੀ 'ਤੇ ਅਸੀਂ ਕੁਝ ਨੁਕਤੇ ਲਿਖ ਲੈਣੇ ਹਨ ਕਿ ਮੈਂ ਹਮੇਸ਼ਾ ਆਪਣੇ ਗੁੱਸੇ ਨੂੰ ਕਾਬੂ ਕਰ ਸਕਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਆਪਣਾ ਗੁੱਸਾ ਕਿਵੇਂ ਕਾਬੂ ਕਰਨਾ ਹੈ। ਮੈਂ ਆਪਣੇ ਗੁੱਸੇ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇ ਸਕਦਾ। ਬੇਟਾ ਮੈਂ ਕਿਉਂ, ਕਿਵੇਂ ਤੇ ਕੀ ਕਰਨਾ ਹੈ, ਆਪਣੇ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ ਹੈ, ਮੈਂ ਗੁੱਸੇ ਨੂੰ ਕਾਬੂ ਕਰਨ ਲਈ ਕੀ ਕੀ ਕਰਨਾ ਹੈ, ਇਹ ਜ਼ਰੂਰ ਹੀ ਸੋਚਣਾ ਹੈ। ਬੇਟਾ ਜਦੋਂ ਵੀ ਗੁੱਸੇ 'ਤੇ ਕਾਬੂ ਕਰਨ ਬਾਰੇ ਸੋਚਣਾ ਹੈ ਤਾਂ ਕੀ ਸੋਚਣਾ ਹੈ ਕਿ ਜਦੋਂ ਗੁੱਸਾ ਆਵੇ ਤਾਂ ਕਰਨਾ ਕੀ ਚਾਹੀਦਾ ਹੈ। ਬੱਚਿਓ ਜਦੋਂ ਵੀ ਗੁੱਸਾ ਆਉਂਦਾ ਹੈ ਤਾਂ ਕੁਝ ਨੁਕਤੇ ਚੇਤੇ ਰੱਖੋ ਜੋ ਅੱਗੇ ਦਿੱਤੇ ਹਨ। ਜਦੋਂ ਵੀ ਗੁੱਸਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਪਾਣੀ ਪੀਓ ਤੇ ਆਪਣੇ ਚਿਹਰੇ ਤੇ ਅੱਖਾਂ ਉੱਪਰ ਪਾਣੀ ਦੇ ਛਿੱਟੇ ਮਾਰੋ। ਇਸ ਦੇ ਨਾਲ ਕੀ ਹੋਏਗਾ, ਤੁਹਾਨੂੰ ਥੋੜਾ ਜਿਹਾ ਗੁੱਸਾ ਜਿਹੜਾ ਹੈ ਤੁਹਾਡਾ ਕੂਲ ਹੋ ਜਾਵੇਗਾ। ਇਸ ਤੋਂ ਅੱਗੇ ਬੇਟਾ ਇੱਕ ਹੋਰ ਚੀਜ਼ ਹੈ, ਕੀ ਕਰਨਾ ਹੈ, ਤੁਸੀਂ ਆਪਣੀ ਸਾਹ ਕਿਰਿਆ ਤੇ ਧਿਆਨ ਕੇਂਦਰਿਤ ਕਰੋ। ਨੋਟ ਕਰੋ ਕਿ ਕਦੋਂ ਸਾਹ ਦੌਰਾਨ ਆਕਸੀਜਨ ਅੰਦਰ ਜਾ ਰਹੀ ਹੈ ਤੇ ਕਾਰਬਨ ਡਾਈਆਕਸਾਈਡ ਗੈਸ ਬਾਹਰ ਆ ਰਹੀ ਹੈ। ਕੋਸ਼ਿਸ਼ ਕਰਨੀ ਹੈ ਕਿ ਲੰਬੇ ਡੂੰਘੇ ਸਾਹ ਲੈਣੇ ਹਨ ਅਤੇ ਅਜਿਹਾ 2-3 ਮਿੰਟ ਤੱਕ ਕਰਨਾ ਹੈ। ਬੇਟਾ ਇਸੇ ਤਰ੍ਹਾਂ ਤੁਸੀਂ ਉਲਟੀ ਗਿਣਤੀ ਸ਼ੁਰੂ ਕਰਨੀ ਹੈ। ਜਿਵੇਂ ਤੁਸੀਂ 30 ਤੋਂ ਸ਼ੁਰੂ ਕਰ ਲਓਗੇ, ਮਤਲਬ ਕਿ ਅੱਧਾ ਮਿੰਟ ਤੁਸੀਂ ਉਲਟੀ ਗਿਣਤੀ ਬੋਲਣੀ ਹੈ, ਜਿਵੇਂ 30, 29, 28, 27। ਇਸੇ ਤਰ੍ਹਾਂ ਬੇਟਾ ਤੁਸੀਂ ਆਪਣੇ ਨਾਮ ਦੇ ਸ਼ਬਦ ਜੋੜ ਉਲਟੇ ਪਾਸੇ ਤੋਂ ਬੋਲਣੇ ਸ਼ੁਰੂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਰਿਲੈਕਸ ਫੀਲ ਕਰੋਗੇ, ਗੁੱਸਾ ਤੁਹਾਡੇ ਕੰਟਰੋਲ ਵਿੱਚ ਹੋ ਜਾਏਗਾ। ਬੇਟੇ ਇਸੇ ਤਰ੍ਹਾਂ ਤੁਸੀਂ ਆਪਣੀ ਕਲਾਸ, ਸਕੂਲ ਜਾਂ ਘਰ ਵਿੱਚ ਇੱਕ ਸ਼ਾਂਤਮਈ ਕੋਨਾ ਬਣਾਓ ਜਿੱਥੇ ਤੁਸੀਂ ਟਿਕਾ ਜਾਂ ਵਿਸ਼ਰਾਮ ਮਹਿਸੂਸ ਕਰੋ, ਪੀਸ ਕਾਰਨਰ। ਬੇਟਾ ਇਸ ਕੋਨੇ ਵਿੱਚ ਜਾ ਕੇ ਤੁਸੀਂ ਆਪਣਾ ਕੋਈ ਵੀ ਮਨਪਸੰਦ ਕੰਮ ਕਰੋ ਜੋ ਤੁਹਾਨੂੰ ਤਣਾਅ ਮੁਕਤ ਕਰੇ, ਜਿੱਥੇ ਤੁਸੀਂ ਰਿਲੈਕਸ ਫੀਲ ਕਰ ਸਕੋ। ਬੇਟਾ ਆਪਣਾ ਕੋਈ ਵੀ ਮਨਪਸੰਦ ਕੰਮ, ਜਿਵੇਂ ਕੋਈ ਤਸਵੀਰ ਬਣਾਉਣੀ, ਡਰਾਇੰਗ ਬਣਾਉਣੀ, ਕੋਈ ਕਾਰਟੂਨ ਬਣਾਉਣਾ, ਆਪਣੀਆਂ ਭਾਵਨਾਵਾਂ ਨੂੰ ਕਾਗਜ਼ 'ਤੇ ਲਿਖ ਕੇ ਉਸ ਕਾਗਜ਼ ਨੂੰ ਪਾੜ ਕੇ ਡਸਟਬਿਨ ਵਿੱਚ ਸੁੱਟਣਾ, ਜਾਂ ਫਿਰ ਤੁਸੀਂ ਕੋਈ ਕਸਰਤ ਕਰ ਸਕਦੇ ਹੋ। ਬੇਟਾ ਕੋਈ ਐਕਸਰਸਾਈਜ਼ ਕਰ ਸਕਦੇ ਹੋ, ਡਾਂਸ ਕਰ ਸਕਦੇ ਹੋ, ਮਤਲਬ ਆਪਣਾ ਕੋਈ ਵੀ ਮਨਪਸੰਦ ਕੰਮ ਕਰਨਾ ਹੈ ਇਸ ਸ਼ਾਂਤਮਈ ਕੋਨੇ ਜਾਂ ਪੀਸ ਕਾਰਨਰ ਵਿੱਚ। ਬੇਟਾ ਆਪਣੇ ਅਧਿਆਪਕ
ਜਾਂ ਕਿਸੇ ਵੱਡੇ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ ਕਿ ਅਸੀਂ ਇਹ ਪੀਸ ਕਾਰਨਰ ਜਾਂ ਸ਼ਾਂਤਮਈ ਕੋਨਾ ਕਿੱਥੇ ਬਣਾਉਣਾ ਹੈ, ਕਿਵੇਂ ਬਣਾਉਣਾ ਹੈ। ਇਸ ਤਰੀਕੇ ਦੇ ਨਾਲ ਬੇਟਾ ਕੁਝ ਚੀਜ਼ਾਂ ਨੂੰ ਸਵੀਕਾਰ ਕਰਨਾ ਸਿੱਖੋ। ਤੁਸੀਂ ਕੁਝ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ, ਇਗਨੋਰ ਕਰਨਾ ਸਿੱਖੋ, ਕਿਉਂਕਿ ਕਈ ਛੋਟੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਇਗਨੋਰ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਸ਼ਾਂਤਮਈ ਜਿਹੜੀ ਤਰੀਕੇ ਦੇ ਨਾਲ ਅਸੀਂ ਬਤੀਤ ਕਰ ਸਕਦੇ ਹਾਂ। ਬੇਟਾ ਕਿਉਂਕਿ ਤੁਸੀਂ ਹਰੇਕ ਨੂੰ ਬਦਲ ਨਹੀਂ ਸਕਦੇ, ਇਸ ਲਈ ਆਪਣੇ ਆਪ ਵਿੱਚ ਸੁਧਾਰ ਕਰਨ ਦੇ ਯਤਨ ਕਰੋ। ਆਪਣੇ ਗੁੱਸੇ ਦਾ ਕਾਰਨ ਤੇ ਹੱਲ ਲੱਭਣ ਦੀ ਕੋਸ਼ਿਸ਼ ਕਰੋ। ਬੇਟਾ ਗੁੱਸੇ ਦਾ ਕਾਰਨ ਵੀ ਅਸੀਂ ਲੱਭਣਾ ਹੈ ਤੇ ਹੱਲ ਵੀ ਅਸੀਂ ਹੀ ਲੱਭਣਾ ਹੈ। ਇਸ ਤਰ੍ਹਾਂ ਬੇਟਾ ਤੁਸੀਂ ਆਪਣੀ ਡਾਇਰੀ ਲਿਖ ਸਕਦੇ ਹੋ। ਆਪਣੀ ਡਾਇਰੀ ਵਿੱਚ ਆਪਣੇ ਗੁੱਸੇ ਦੇ ਕਾਰਨ ਤੇ ਤੁਹਾਨੂੰ ਗੁੱਸਾ ਕਿਉਂ ਆਉਂਦਾ ਹੈ, ਕੀ ਕਾਰਨ ਹਨ, ਉਹ ਲਿਖ ਸਕਦੇ ਹੋ ਤੇ ਉਸ ਦੇ ਸੋਲਿਊਸ਼ਨ ਜਾਂ ਉਸ ਦੇ ਹੱਲ ਵੀ ਲਿਖ ਸਕਦੇ ਹੋ। ਆਪਣੀ ਡਾਇਰੀ 'ਤੇ ਆਪਣੀਆਂ ਭਾਵਨਾਵਾਂ ਲਿਖਣ ਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋ ਸਕਦਾ ਹੈ। ਤੁਸੀਂ ਦਿੱਤੇ ਫਾਰਮੈਟ ਅਨੁਸਾਰ ਆਪਣੀ ਡਾਇਰੀ ਵਿੱਚ ਆਪਣੇ ਦਿਨ ਭਰ ਵਿੱਚ ਕੀਤੇ ਕੰਮਾਂ ਦਾ ਵੇਰਵਾ ਲਿਖ ਸਕਦੇ ਹੋ। ਕਿਸ ਚੀਜ਼ ਕਾਰਨ ਤੁਹਾਨੂੰ ਗੁੱਸਾ ਆਇਆ ਜਾਂ ਤੁਹਾਨੂੰ ਨਾਰਾਜ਼ਗੀ ਹੋਈ, ਉਹ ਵੀ ਤੁਸੀਂ ਨੋਟ ਕਰ ਸਕਦੇ ਹੋ। ਲੇਕਿਨ ਕੀ ਕਰਨਾ ਹੈ, ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਕੀ ਹੈ ਕਿ ਸਲਿਊਸ਼ਨ ਲੱਭਣਾ ਹੈ ਕਿ ਮੈਂ ਆਪਣੇ ਗੁੱਸੇ ਨੂੰ ਕਿਵੇਂ ਕਾਬੂ ਕਰਨਾ ਹੈ, ਕਿਵੇਂ ਕੰਟਰੋਲ ਕਰਨਾ ਹੈ। ਬੇਟਾ ਹਮੇਸ਼ਾ ਯਾਦ ਰੱਖੋ ਕਿ ਹਾਂ ਪੱਖੀ ਸਕਾਰਾਤਮਕ ਵਤੀਰਾ, ਜੀ ਹਾਂ ਪੋਜ਼ਿਟਿਵ ਐਟੀਟਿਊਡ ਰੱਖਣਾ ਹੈ, ਆਪਟਿਮਿਜ਼ਮ ਨੂੰ ਫੋਲੋ ਕਰਨਾ ਹੈ। ਪਿਆਰੇ ਵਿਦਿਆਰਥੀਓ, ਆਪਣੀ ਸੋਚ ਨੂੰ ਹਾਂ ਪੱਖੀ ਤੇ ਸਕਾਰਾਤਮਕ ਬਣਾਉਣਾ ਚਾਹੀਦਾ ਹੈ। ਹਮੇਸ਼ਾ ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਬਣਨਾ ਚਾਹੀਦਾ ਹੈ। ਹਮੇਸ਼ਾ ਆਪਟਿਮਿਜ਼ਮ ਨੂੰ ਫੋਲੋ ਕਰਨਾ ਹੈ। ਬੇਟਾ ਹਾਂ ਪੱਖੀ ਜਾਂ ਸਕਾਰਾਤਮਕ ਪੋਜ਼ਿਟਿਵ ਐਟੀਟਿਊਡ ਹਮੇਸ਼ਾ ਸਾਡੀ ਮਦਦ ਕਰਦਾ ਹੈ, ਕਿਉਂਕਿ ਆਪਣੇ ਆਪ ਉੱਤੇ ਭਰੋਸਾ ਰੱਖੋ, ਆਪਣੀ ਆਲੋਚਨਾ ਸੁਣਨ ਦੀ ਹਿੰਮਤ ਵੀ ਰੱਖੋ। ਪਿਆਰੇ ਵਿਦਿਆਰਥੀਓ, ਹਮੇਸ਼ਾ ਆਪਣੇ ਵਿਚਾਰਾਂ ਵਿੱਚ ਪਾਰਦਰਸ਼ਤਾ ਰੱਖੋ, ਟਰਾਂਸਪੇਰੈਂਸੀ ਰੱਖੋ, ਹਲੀਮੀ ਨਾਲ ਆਪਣਾ ਪੱਖ ਪੇਸ਼ ਕਰੋ, ਪਰੰਤੂ ਦੂਜਿਆਂ ਦੀ ਧਾਰਨਾ ਤੇ ਤਜਵੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਬਹਿਸ ਨਹੀਂ ਕਰਨੀ, ਦੂਜਿਆਂ ਦੀ ਗੱਲ ਵੀ ਸੁਣਨੀ ਹੈ, ਉਹਨੂੰ ਤਵੱਜੋ ਵੀ ਦੇਣੀ ਹੈ ਤੇ ਜਿੱਥੇ ਸਹੀ ਹੈ ਆਪਣਾ ਪੱਖ ਵੀ ਆਰਾਮ ਨਾਲ ਹਲੀਮੀ ਨਾਲ ਪੇਸ਼ ਕਰਨਾ ਹੈ। ਬੇਟਾ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਸਾਡੀਆਂ ਭਾਵਨਾਵਾਂ ਸਾਡੀ ਮਾਨਸਿਕ ਸਿਹਤ, ਸਾਡੇ ਪਰਿਵਾਰਿਕ ਸੰਬੰਧ, ਸਾਡੇ ਸਮਾਜਿਕ ਰਿਸ਼ਤੇ, ਸਾਡੇ ਸਿੱਖਣ ਦੀ ਸਮਰੱਥਾ, ਫੈਸਲਾ ਲੈਣ ਦੀ ਕਾਬਲੀਅਤ, ਸਾਡੀ ਸਿਹਤ ਤੇ ਤੰਦਰੁਸਤੀ ਨੂੰ ਨਿਰਧਾਰਿਤ ਕਰਦੀਆਂ ਹਨ। ਇਸ ਲਈ ਸਾਡੀਆਂ ਭਾਵਨਾਵਾਂ ਸਾਡੇ ਕੰਟਰੋਲ ਵਿੱਚ ਹੋਣੀਆਂ ਚਾਹੀਦੀਆਂ ਹਨ। ਭਾਵਨਾਵਾਂ ਦਾ ਸੰਤੁਲਨ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਕ੍ਰੋਧ, ਗੁੱਸੇ, ਨਾਰਾਜ਼ਗੀ ਜਾਂ ਨਫ਼ਰਤ, ਇਸ ਤਰ੍ਹਾਂ ਦੀਆਂ ਸਾਰੀਆਂ ਨਕਾਰਾਤਮਕ ਭਾਵਨਾਵਾਂ ਨੂੰ ਕੰਟਰੋਲ ਕਰਨਾ ਸਿੱਖਣਾ ਚਾਹੀਦਾ ਹੈ, ਉਹਨਾਂ ਨੂੰ ਆਪਣੇ ਕਾਬੂ ਹੇਠ ਰੱਖਣਾ ਚਾਹੀਦਾ ਹੈ, ਕਿਉਂਕਿ ਸਾਡੀ ਜਿਹੜੀ ਮਾਨਸਿਕ ਸਰੀਰਕ ਸਿਹਤ, ਸਾਡੇ ਸਮਾਜਿਕ ਅਤੇ ਪਰਿਵਾਰਿਕ ਸੰਬੰਧ ਸਭ ਕੁਝ ਇਹਨਾਂ 'ਤੇ ਹੀ ਡਿਪੈਂਡ ਕਰਦੇ ਹਨ ਅਤੇ ਅਸੀਂ ਹਮੇਸ਼ਾ ਆਪਣੇ ਪਰਿਵਾਰਿਕ ਰਿਸ਼ਤੇ, ਸਮਾਜਿਕ ਰਿਸ਼ਤੇ, ਆਪਣਾ ਜੀਵਨ ਸੁਖਾਵਾਂ, ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਹੀ ਸ਼ੁਰੂ ਕਰਨਾ ਪਵੇਗਾ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਕਾਬੂ ਹੇਠ ਰੱਖਣਾ ਹੈ, ਕਿਵੇਂ ਸੰਤੁਲਨ ਕਾਇਮ ਰੱਖਣਾ ਹੈ। ਬੇਟਾ ਹੁਣ ਤੁਹਾਨੂੰ ਕੁਝ ਸਥਿਤੀਆਂ ਦਿੱਤੀਆਂ ਗਈਆਂ ਹਨ ਜਿਸ ਵਿੱਚ ਤੁਸੀਂ ਦੇਖਣਾ ਹੈ ਕਿ ਤੁਸੀਂ ਉਸ ਸਥਿਤੀ ਵਿੱਚ ਕੀ ਕਰਦੇ ਹੋ ਅਤੇ ਤੁਹਾਨੂੰ ਕਿਵੇਂ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਹੈ, ਜਦੋਂ ਮੈਨੂੰ ਕੋਈ ਡਾਂਟਦਾ ਹੈ ਤਾਂ ਮੈਂ ਕੀ ਕਰਦਾ ਹਾਂ? ਮੈਂ ਅੱਗੋਂ ਬਹਿਸ ਕਰਦਾ ਹਾਂ, ਚੁੱਪਚਾਪ ਉਦਾਸ ਹੋ ਕੇ ਸਹਿਣ ਕਰੀ ਜਾਂਦਾ ਹਾਂ, ਮੈਂ ਚਿੜ ਜਾਂਦਾ ਹਾਂ, ਰੋਣ ਲੱਗ ਜਾਂਦਾ ਹਾਂ ਜਾਂ ਜਾਣ-ਬੁੱਝ ਕੇ ਹੋਰ ਗਲਤੀਆਂ ਕਰਦਾ ਹਾਂ। ਬੇਟਾ ਤੁਸੀਂ ਜਿਹੜੀ ਵੀ ਤੁਹਾਡੇ ਲਈ ਸਿਚੁਏਸ਼ਨ ਠੀਕ ਹੈ ਉਸ 'ਤੇ ਸਹੀ ਦਾ ਨਿਸ਼ਾਨ ਲਗਾਓ। ਹੁਣ ਦੇਖੋ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਹੈ। ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਗਲਤੀ ਦੀ ਮਾफ़ੀ ਮੰਗ ਲੈਣੀ ਚਾਹੀਦੀ ਹੈ। ਅੱਗੇ ਤੋਂ ਦੁਬਾਰਾ ਗਲਤੀ ਨਾ ਦੁਹਰਾਉਣ ਦਾ ਵਾਅਦਾ ਕਰਦਾ ਹਾਂ। ਜਦੋਂ ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾਵੇ ਤਾਂ ਆਪਣਾ ਪੱਖ ਪੇਸ਼ ਕਰਦਾ ਹਾਂ। ਬੇਟਾ ਇਹ ਸਹੀ ਸਿਚੁਏਸ਼ਨਸ ਹਨ। ਤੁਹਾਨੂੰ ਇਸ ਤਰੀਕੇ ਦੇ ਨਾਲ ਆਪਣੀ ਭਾਵਨਾਵਾਂ ਨੂੰ, ਆਪਣੀ ਗੁੱਸੇ ਨੂੰ ਕਾਬੂ ਕਰਨਾ ਹੈ। ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਪ੍ਰਤੀਕਿਰਿਆ ਦੇਣੀ ਹੈ। ਇਸ ਤਰ੍ਹਾਂ ਤੁਸੀਂ ਰਿਐਕਟ ਕਰਨਾ ਹੈ। ਇਸ ਲਈ ਹੁਣ ਤੁਸੀਂ ਕੰਪੇਅਰ ਕਰੋ ਕਿ ਤੁਸੀਂ ਕੀ ਕਰਦੇ ਹੋ ਅਤੇ ਤੁਹਾਨੂੰ ਕਰਨਾ ਕੀ ਚਾਹੀਦਾ ਹੈ। ਇਸੇ ਤਰ੍ਹਾਂ ਬੇਟਾ ਅਗਲੀ ਸਥਿਤੀ ਹੈ, ਜਦੋਂ ਮੈਨੂੰ ਕਿਸੇ ਨਾਲ ਈਰਖਾ ਜਾਂ ਸਾੜਾ ਹੁੰਦਾ ਹੈ ਤਾਂ ਮੈਂ ਕੀ ਕਰਦਾ ਹਾਂ? ਮੈਂ ਉਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਉਸ ਨੂੰ ਹੋਰ ਗਲਤ ਕਰਨ ਲਈ ਉਕਸਾਉਂਦਾ ਹਾਂ। ਮੈਂ ਉਸ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕਰਦਾ ਹਾਂ। ਬੇਟਾ ਇਹਨਾਂ 'ਚੋਂ ਤੁਸੀਂ ਦੇਖੋ ਕਿ ਤੁਸੀਂ ਕੀ ਕਰਦੇ ਹੋ, ਉਸ 'ਤੇ ਨਿਸ਼ਾਨ ਲਗਾਓ। ਲੇਕਿਨ ਹੁਣ ਸੋਚੋ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਹੈ।
ਮੈਂ ਉਸ ਦੀਆਂ ਚੰਗੀਆਂ ਆਦਤਾਂ ਦੀ ਨਕਲ ਕਰਕੇ ਆਪਣੇ ਆਪ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਕਿਸੇ ਦੂਸਰੇ ਵੱਡੇ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰ ਸਕਦਾ ਹਾਂ। ਮੈਂ ਆਪਣੇ ਅਧਿਆਪਕ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰ ਸਕਦਾ ਹਾਂ। ਬੇਟਾ, ਜਦੋਂ ਵੀ ਤੁਹਾਨੂੰ ਕਿਸੇ ਨਾਲ ਈਰਖਾ ਜਾਂ ਸਾੜਾ ਹੁੰਦਾ ਹੈ ਤਾਂ ਕੀ ਕਰਨਾ ਹੈ? ਆਪਣੇ ਅਧਿਆਪਕਾਂ ਦੀ, ਆਪਣੇ ਵੱਡਿਆਂ ਦੀ ਸਲਾਹ ਲੈਣੀ ਹੈ ਅਤੇ ਉਸ ਦੀਆਂ ਜਿਹੜੀਆਂ ਚੰਗੀਆਂ ਆਦਤਾਂ ਹਨ ਉਹਨਾਂ ਨੂੰ ਅਪਣਾਉਣਾ ਹੈ। ਬੇਟਾ, ਨੈਕਸਟ ਸਿਚੁਏਸ਼ਨ ਕੀ ਹੈ? ਜਦੋਂ ਕਿਸੇ ਦੇ ਬੁਰੇ ਵਿਹਾਰ ਕਾਰਨ ਉਸ ਉੱਪਰ ਗੁੱਸਾ ਆਉਂਦਾ ਹੈ ਤਾਂ ਮੈਂ ਉਸ ਨਾਲ ਲੜਨਾ ਝਗੜਨਾ ਸ਼ੁਰੂ ਕਰਦਾ ਹਾਂ। ਮੈਂ ਉਸ ਨਾਲ ਬੋਲਣਾ ਬੰਦ ਕਰਕੇ ਉਸ ਦੇ ਹਾਲ ਉੱਪਰ ਛੱਡ ਦਿੰਦਾ ਹਾਂ ਜਾਂ ਮੈਂ ਉਸ ਨੂੰ ਡਾਂਟਣਾ ਸ਼ੁਰੂ ਕਰਦਾ ਹਾਂ। ਬੇਟਾ, ਹੁਣ ਤੁਸੀਂ ਦੇਖੋ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਹੈ। ਨਿਮਰਤਾ ਸਹਿਤ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹਾਂ। ਉਸ ਦੇ ਬੁਰੇ ਵਿਹਾਰ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਇਸ ਤੋਂ ਅੱਗੇ ਕੀ ਹੈ? ਕਿਸੇ ਵੱਡੇ ਨਾਲ ਸਲਾਹ ਮਸ਼ਵਰਾ ਕਰ ਸਕਦਾ ਹਾਂ। ਬੇਟਾ, ਨੈਕਸਟ ਸਥਿਤੀ ਕਿਹੜੀ ਹੈ? ਜਦੋਂ ਮੇਰਾ ਪੜ੍ਹਨ ਦਾ ਚਿੱਤ ਨਹੀਂ ਹੁੰਦਾ ਅਤੇ ਮਜਬੂਰੀ ਵਸ ਮੈਨੂੰ ਪੜ੍ਹਨਾ ਪੈਂਦਾ ਹੈ। ਬੇਟਾ, ਹੁਣ ਦੇਖੋ ਤੁਸੀਂ ਕੀ ਕਰਦੇ ਹੋ। ਮੈਂ ਕਲਾਸ ਵਿਚਲੀ ਅਨੁਸ਼ਾਸਨ ਅਤੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਸਹਿਪਾਠੀਆਂ ਨੂੰ ਤੰਗ ਕਰਦਾ ਹਾਂ, ਕੰਮ ਨਹੀਂ ਕਰਦਾ ਅਤੇ ਝੂਠੇ ਬਹਾਨੇ ਬਣਾਉਂਦਾ ਹਾਂ। ਲੇਕਿਨ ਤੁਹਾਨੂੰ ਕਰਨਾ ਕੀ ਚਾਹੀਦਾ ਹੈ? ਆਪਣੇ ਆਪ ਉੱਪਰ ਕਾਬੂ ਕਰਕੇ ਧਿਆਨ ਪੜ੍ਹਾਈ ਉੱਪਰ ਕੇਂਦਰਿਤ ਕਰਦਾ ਹਾਂ। ਝੂਠੇ ਬਹਾਨੇ ਬਣਾਉਣ ਦੀ ਆਦਤ ਨੂੰ ਤਿਆਗਦਾ ਹਾਂ। ਜ਼ਿੰਦਗੀ ਵਿੱਚ ਕੁਝ ਬਣਨ ਲਈ ਆਪਣਾ ਨਿਸ਼ਾਨਾ ਮਿੱਥਦਾ ਹਾਂ ਅਤੇ ਉਸ ਉਦੇਸ਼ ਤੱਕ ਪਹੁੰਚਣ ਲਈ ਪੂਰੀ ਮਿਹਨਤ ਕਰਦਾ ਹਾਂ। ਬੇਟਾ, ਹੁਣ ਤੁਸੀਂ ਇਹ ਸਿਚੁਏਸ਼ਨਸ ਦੇਖੀਆਂ ਹਨ ਅਤੇ ਕਰ ਲਈਆਂ ਹਨ। ਮੈਨੂੰ ਉਮੀਦ ਹੈ, ਮੈਂ ਆਸ ਕਰਦੀ ਹਾਂ ਕਿ ਤੁਸੀਂ ਅੱਜ ਦੇ ਇਸ ਵਿਚਾਰ ਚਰਚਾ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ। ਤੁਸੀਂ ਅੱਜ ਤੋਂ ਹੀ ਆਪਣੀ ਸ਼ਖਸੀਅਤ ਦੇ ਸਰਬਪੱਖੀ ਵਿਕਾਸ ਲਈ, ਆਪਣੀਆਂ ਭਾਵਨਾਵਾਂ ਦਾ ਸੰਤੁਲਨ ਕਾਇਮ ਰੱਖਣ ਲਈ, ਆਪਣੇ ਕ੍ਰੋਧ ਉੱਤੇ ਕਾਬੂ ਰੱਖਣ ਲਈ ਅਤੇ ਇਸ ਨੂੰ ਕੰਟਰੋਲ ਕਰਕੇ ਆਪਣੀਆਂ ਭਾਵਨਾਵਾਂ ਨੂੰ ਸਕਾਰਾਤਮਕ ਸੇਧ ਦੇ ਕੇ ਸਹੀ ਤਰੀਕੇ ਦੇ ਨਾਲ ਸਹੀ ਸਮੇਂ 'ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਲਈ ਨਿਰੰਤਰ ਯਤਨ ਸ਼ੁਰੂ ਕਰ ਦੇਵੋਗੇ। ਬੇਟਾ, ਜੇਕਰ ਤੁਸੀਂ ਨਿਰੰਤਰ ਯਤਨਸ਼ੀਲ ਰਹੋਗੇ, ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਸਿੱਖ ਜਾਓਗੇ ਤਾਂ ਤੁਸੀਂ ਜ਼ਰੂਰ ਹੀ ਸੱਭਿਅਕ ਇਨਸਾਨ ਬਣ ਜਾਓਗੇ ਅਤੇ ਸਫਲਤਾ ਵੱਲ ਵੱਧਦੇ ਜਾਓਗੇ। ਮੈਨੂੰ ਆਸ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਦਾ ਸੰਤੁਲਨ ਕਾਇਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੋਗੇ। ਸਟੇ ਬਲੈਸਡ, ਸਟੇ ਫੋਕਸਡ, stay happy always.